एक गुरसिख नौजवान सीगा। ਉਹ ਗੁਰਸਿੱਖ ਨੌਜਵਾਨ ਜੋ ਸੀਗਾ ਤੇ ਉਸਦੇ ਘਰ ਵਿੱਚ ਬਹੁਤ ਗਰੀਬੀ ਸੀਗੀ। ਘਰ ਦੇ ਵਿੱਚ ਗਰੀਬੀ ਹੋਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਵੀ ਕਰ ਰਿਹਾ ਸੀ, ਪਰ ਉਹ ਸੋਚਦਾ ਸੀਗਾ ਕਿ ਮੈਂ ਪੜ੍ਹ ਲਿਖ ਲਿਆ ਹੈ ਤਾਂ ਮੇਰੀ ਕੋਈ ਨੌਕਰੀ ਲੱਗ ਜਾਵੇ, ਸਰਕਾਰੀ ਨੌਕਰੀ ਲੱਗ ਜਾਵੇ ਤਾਂ ਮੇਰਾ ਘਰ-ਬਾਰ ਵਧੀਆ ਚੱਲੇਗਾ। ਆਖਿਰਕਾਰ ਉਹ ਜਦੋਂ ਇੱਕ ਦਿਨ ਫਿਰ ਨੌਕਰੀ ਲਈ ਅਪਲਾਈ ਕਰਦਾ, ਉਸਦੀ ਕਿਸਮਤ ਵਧੀਆ ਹੁੰਦੀ ਹੈ, ਨੌਕਰੀ ਲੱਗ ਵੀ ਜਾਂਦੀ ਹੈ। ਤਾਂ ਨੌਕਰੀ ਲੱਗਦੀ ਹੈ ਪਰ ਉਸਨੂੰ ਆਪਣੇ ਦੇਸ਼ ਤੋਂ ਜਾਣੀ ਕਿ ਘਰ ਤੋਂ ਦੂਰ ਹੋਣਾ ਪੈਣਾ ਸੀਗਾ। ਪਹਿਲੀ ਵਾਰ ਘਰ ਤੋਂ ਬਾਹਰ ਜਾਣਾ ਸੀ, ਦਿਲ ਵਿੱਚ ਘਬਰਾਹਟ ਸੀਗਾ, ਕੀ ਹੋਵੇਗਾ, ਕਿੱਦਾਂ ਹੋਵੇਗਾ, ਬਹੁਤ ਡਰ ਸੀਗਾ। ਤੇ ਜਦੋਂ ਫਿਰ ਉਸ ਥਾਂ ਤੇ ਉੱਥੇ ਜਾ ਕੇ ਚਲਾ ਗਿਆ ਤੇ ਉੱਥੇ ਜਾ ਕੇ ਉਸਨੇ ਆਪਣਾ ਰਹਿਣ ਬਸੇਰਾ ਕੀਤਾ ਤੇ ਦੇਖਿਆ ਮਾਹੌਲ ਕਿਹੋ ਜਿਹਾ ਹੈ। ਬਹੁਤ ਡਰ ਸੀਗਾ ਕਿਉਂਕਿ ਪਹਿਲੀ ਵਾਰ ਘਰ ਤੋਂ ਉਹ ਗੁਰਸਿੱਖ ਨੌਜਵਾਨ ਨਿਕਲਿਆ ਸੀਗਾ। ਤੇ ਉੱਥੇ ਜਾ ਕੇ ਉਸਨੂੰ ਜਦੋਂ ਬੈਂਕ ਦੀ ਨੌਕਰੀ ਮਿਲੀ ਸੀ, ਬੈਂਕ ਵਿੱਚ ਕੰਮ ਕਰਨਾ ਸੀਗਾ। ਬੈਂਕ ਵਿੱਚ ਕੰਮ ਕਰਦਾ ਤੇ ਜਦੋਂ ਸ਼ਾਮ ਨੂੰ ਘਰ ਵਾਪਸ ਆਉਂਦਾ ਤੇ ਕਮਰੇ ਵਿੱਚ ਜਿਹੜੇ ਨੌਜਵਾਨ ਸੀਗੇ ਨਾਲ ਉਸਦੇ ਹੋਰ ਮੁੰਡੇ ਸਨ, ਉਹ ਬਹੁਤ ਤੰਗ ਪਰੇਸ਼ਾਨ ਵੀ ਕਰਦੇ ਸਨ। ਉਹਨਾਂ ਦਾ ਚੰਗਾ ਵਤੀਰਾ ਨਹੀਂ ਸੀਗਾ ਤੇ ਪਰੇਸ਼ਾਨ ਬਹੁਤ ਹੁੰਦਾ ਸੀ, ਪਰ ਆਪਣੇ ਕੰਮ ਤੋਂ ਇਹ ਖੁਸ਼ ਸੀਗਾ ਕਿ ਚਲੋ ਨੌਕਰੀ ਲੱਗ ਗਈ, ਘਰ ਦਾ ਗੁਜ਼ਾਰਾ ਵਧੀਆ ਹੋ ਜਾਵੇਗਾ, ਹੁਣ ਚਿੰਤਾ ਦੂਰ ਹੋਵੇਗੀ। ਤਾਂ ਫਿਰ ਉਸ ਤੋਂ ਬਾਅਦ ਉਹ ਜਿਹੜਾ ਗੁਰਸਿੱਖ ਨੌਜਵਾਨ ਆ ਕੰਮਕਾਜ ਕਰਦਾ ਰਿਹਾ ਤੇ ਪਰ ਇੱਕ ਦਿਨ ਅਜਿਹਾ ਹੁੰਦਾ ਹੈ ਕਿ ਕੰਮਕਾਜ ਕਰ ਰਿਹਾ ਸੀਗਾ ਪਰ ਬੈਂਕ ਦੇ ਵਿੱਚ ਕੁਝ ਅਜਿਹਾ ਵੱਡਾ ਪੈਸਿਆਂ ਦਾ ਘਪਲਾ ਹੋ ਜਾਂਦਾ ਹੈ। ਕੋਈ ਅਜਿਹਾ ਚੱਕਰ ਪੈ ਜਾਂਦਾ ਹੈ ਕਿ ਉਹ ਨੌਜਵਾਨ ਦੇ ਉੱਤੇ ਸਾਰਾ ਨਾਮ ਆ ਜਾਂਦਾ ਹੈ, ਪਰ ਉਸ ਨੌਜਵਾਨ ਦੀ ਉਸ ਵਿਚਾਲੇ ਕੋਈ ਗਲਤੀ ਨਹੀਂ ਹੁੰਦੀ ਹੈ ਤੇ ਉਹ ਨੌਜਵਾਨ ਬਿਲਕੁਲ ਉਸ ਜਿਹੜਾ ਉਸਦੇ ਵੱਲੋਂ ਇਮਾਨਦਾਰੀ ਨਾਲ ਕੰਮ ਕੀਤਾ ਜਾਂਦਾ ਹੈ, ਪਰ ਸਾਰਾ ਇਲਜ਼ਾਮ ਉੱਤੇ ਲੱਗ ਜਾਂਦਾ ਹੈ। ਉਹ ਇੰਨਾ ਚਿੰਤਿਤ ਹੋ ਜਾਂਦਾ, ਉਸਨੂੰ ਕਿਹਾ ਜਾਂਦਾ ਹੈ ਕਿ ਹੁਣ ਤੈਨੂੰ ਇੰਨੇ ਪੈਸੇ ਭਰਨੇ ਪੈਣਗੇ, ਪਰ ਉਹ ਸੋਚਦਾ ਮੇਰੀ ਤਾਂ ਹੁਣੀ ਨੌਕਰੀ ਲੱਗੀ ਹੈ, ਮੇਰੇ ਕੋਲ ਤਾਂ ਪੈਸਾ ਵੀ ਹੈ ਨਹੀਂ, ਮੈਂ ਇੰਨੇ ਪੈਸੇ ਕਿੱਥੋਂ ਲੈ ਕੇ ਆਵਾਂਗਾ। ਪਰ ਫਿਰ ਵੀ ਉਸਨੂੰ ਕਿਹਾ ਜਾਂਦਾ ਹੈ ਕਿ ਹੁਣ ਤੂੰ ਜਿੱਥੋਂ ਮਰਜ਼ੀ ਇਹ ਪੈਸੇ ਦੀ ਭਰਪਾਈ ਤੂੰ ਕਰੇਗਾ। ਉਹ ਨੌਜਵਾਨ ਇੰਨਾ ਪਰੇਸ਼ਾਨ ਹੁੰਦਾ, 2-3 ਦਿਨ ਲਗਾਤਾਰ ਸੋਚਦਾ ਰਹਿੰਦਾ ਕਿ ਹੁਣ ਪੈਸੇ ਕਿੱਥੋਂ ਲੈ ਕੇ ਆਵੇ। ਇੱਕ ਦਿਨ ਤੰਗ ਪਰੇਸ਼ਾਨ ਹੋ ਕੇ ਗੁਰਦੁਆਰਾ ਸਾਹਿਬ ਚਲਾ ਜਾਂਦਾ ਹੈ। ਗੁਰਦੁਆਰਾ ਸਾਹਿਬ ਜਾਂਦਾ ਹੈ, ਉੱਥੇ ਜਾ ਕੇ ਉਹ ਨੌਜਵਾਨ ਅੰਦਰ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੁੰਦਾ, ਅਰਦਾਸ ਕਰਦਾ ਹੈ, ਆਪਣੀ ਸਾਰੀ ਗੱਲ ਵਾਹਿਗੁਰੂ ਦੇ ਅੱਗੇ ਮਨ ਵਿੱਚ ਕਰਦਾ ਰਹਿੰਦਾ ਕਿ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੋ, ਮੇਰੇ ਤੋਂ ਤਾਂ ਕੋਈ ਗਲਤੀ ਵੀ ਨਹੀਂ ਕੀਤੀ, ਮੇਰੇ ਤੇ ਝੂਠੇ ਇਲਜ਼ਾਮ ਲੱਗ ਰਹੇ ਨੇ, ਮੈਂ ਇੰਨਾ ਪੈਸਾ ਕਿੱਥੋਂ ਲੈ ਕੇ ਆਉਂਗਾ। ਇਹ ਗੱਲਾਂ ਮਨ ਵਿੱਚ ਕਰਦਾ ਰਿਹਾ, ਵਾਹਿਗੁਰੂ ਦੇ ਅੱਗੇ ਰੱਖਦਾ ਰਿਹਾ। ਉਸ ਤੋਂ ਬਾਅਦ ਫਿਰ ਅਰਦਾਸ ਕਰਨ ਤੋਂ ਬਾਅਦ ਉਹ ਸਰੋਵਰ ਦੇ ਵਿੱਚ ਆਇਆ। ਸਰੋਵਰ ਵਿੱਚ ਆ ਕੇ ਉਹ ਇਸ਼ਨਾਨ ਕਰਨ ਲੱਗਾ। ਜਦੋਂ ਤੇ ਇਸ਼ਨਾਨ ਕਰਨ ਲੱਗਾ ਤਾਂ ਉਸਨੇ ਜਦੋਂ ਅੰਦਰ ਡੁਬਕੀ ਮਾਰੀ ਤਾਂ ਉਸਨੂੰ ਕੋਈ ਅਲੱਗ ਕੀਰਤਨ ਸੁਣਾਈ ਦੇਣਾ ਸ਼ੁਰੂ ਕਰ ਦਿੱਤਾ। ਅਲੱਗ ਕੀਰਤਨ ਸੁਣਾਈ ਦਿੱਤਾ ਤੇ ਫਿਰ ਜਦੋਂ ਇੱਕਦਮ ਉਹ ਬਾਹਰ ਆਇਆ ਤਾਂ ਬਾਹਰ ਕੋਈ ਹੋਰ ਕੀਰਤਨ ਚੱਲ ਰਿਹਾ ਸੀ। ਉਹ ਬਹੁਤ ਹੈਰਾਨ ਹੋਇਆ ਕਿ ਇਹ ਕੀ ਹੋ ਰਿਹਾ। ਫਿਰ ਦੂਸਰੀ ਵਾਰ ਉਹ ਡੁਬਕੀ ਮਾਰਿਆ, ਜਦੋਂ ਮਾਰੀ ਉਸਨੇ ਤਾਂ ਉਸਨੂੰ ਅੰਦਰ ਹੋਰ ਕੀਰਤਨ ਸੁਣਿਆ। ਫਿਰ ਬਾਹਰ ਆਇਆ ਤਾਂ ਫਿਰ ਹੋਰ ਕੀਰਤਨ ਸੁਣ ਰਿਹਾ ਸੀ। ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਬਹੁਤ ਹੈਰਾਨ ਹੋ ਰਿਹਾ ਸੀ। ਜਦੋਂ ਤੀਜੀ ਵਾਰ ਅੰਦਰ ਗਿਆ ਸਰੋਵਰ ਦੇ ਤਾਂ ਉਸਨੂੰ ਇੱਕ ਮੱਛੀ ਦਿਸਦੀ ਹੈ, ਬਹੁਤ ਚਮਕਦਾਰ ਹੁੰਦੀ ਹੈ, ਬਹੁਤ ਜ਼ਿਆਦਾ ਤਿੱਖੀ ਰੋਸ਼ਨੀ ਹੁੰਦੀ ਹੈ। ਉਹ ਇਸ ਦੇ ਵੱਲ ਨੂੰ ਆਉਂਦੀ ਹੈ ਤਾਂ ਇੱਕਦਮ ਫਿਰ ਉਹ ਸਰੋਵਰ ਤੋਂ ਬਾਹਰ ਆ ਜਾਂਦਾ ਹੈ ਤਾਂ ਉਸਨੂੰ ਫਿਰ ਬਾਹਰ ਆ ਕੇ ਵੱਖ ਹੀ ਇੱਕ ਕੀਰਤਨ ਸੁਣਾਈ ਦਿੰਦਾ ਹੈ। ਬਹੁਤ ਅਚਾਨਕ ਉਸਨੂੰ ਅਚੰਭਾ ਹੁੰਦਾ ਹੈ ਸਾਰੀਆਂ ਚੀਜ਼ਾਂ ਨੂੰ ਸੁਣ ਕੇ ਜਾਂ ਮਹਿਸੂਸ ਕਰਕੇ। ਫਿਰ ਉਸ ਤੋਂ ਬਾਅਦ ਸਰੋਵਰ ਤੋਂ ਬਾਹਰ ਆਉਂਦਾ ਹੈ, ਫਿਰ ਜਿਹੜਾ ਲੰਗਰ ਛਕਦਾ, ਫਿਰ ਘਰ ਚਲਾ ਜਾਂਦਾ ਹੈ। ਘਰ ਜਾ ਕੇ ਉਸਨੂੰ ਸਕੂਨ ਮਹਿਸੂਸ ਹੁੰਦਾ ਹੈ, ਪਰ ਡਰ ਫਿਰ ਮਨ ਵਿੱਚ ਰਹਿੰਦਾ ਹੈ ਕਿ ਇਹ ਵਾਹਿਗੁਰੂ ਹੁਣ ਮੇਰੇ ਤੇ ਮਿਹਰ ਰੱਖਿਓ ਕਿ ਸਭ ਕੁਝ ਠੀਕ ਹੋ ਜਾਵੇ। ਅਗਲੇ ਦਿਨ ਆਫਿਸ ਜਾਂਦਾ ਹੈ ਡਰਦਾ ਤੇ ਆਫਿਸ ਜਾ ਕੇ ਉਸਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਜਿਹੜੇ ਇਲਜ਼ਾਮ ਉੱਤੇ ਲੱਗੇ ਸੀਗੇ ਉਹ ਸਾਰੇ ਇਲਜ਼ਾਮ ਝੂਠੇ ਨੇ। ਜਾਣੀ ਕਿ ਉਹ ਇੰਨਾ ਖੁਸ਼ ਹੁੰਦਾ ਹੈ ਜਾਣ ਕੇ ਕਿ ਵਾਹਿਗੁਰੂ ਨੇ ਮੇਰੇ ਤੇ ਮਿਹਰ ਕੀਤੀ ਹੈ, ਮੈਂ ਕੱਲ ਵਾਹਿਗੁਰੂ ਅੱਗੇ ਅਰਦਾਸ ਕਰਕੇ ਆਇਆ ਤੇ ਅੱਜ ਮੇਰੀ ਸੱਚਾਈ ਜਿਹੜੀ ਆ ਸਭ ਦੇ ਸਾਹਮਣੇ ਆਈ ਹੈ। ਜਾਣੀ ਕਿ ਉਸਨੇ ਕੋਈ ਘਪਲਾ ਨਹੀਂ ਕੀਤਾ ਸੀ। ਬੈਂਕ ਵਾਲਿਆਂ ਨੇ ਕਿਹਾ ਕਿ ਤੁਹਾਡੇ ਉੱਤੇ ਇਲਜ਼ਾਮ ਗਲਤ ਲੱਗੇ ਸੀ, ਜ਼ਿੰਮੇਵਾਰ ਕੋਈ ਹੋਰ ਸੀ, ਤੁਸੀਂ ਬਿਲਕੁਲ ਬੇਫਿਕਰ ਰਹੋ ਤੇ ਆਪਣਾ ਕੰਮ ਕਰੋ। ਤਾਂ ਉਸਨੇ ਵਾਹਿਗੁਰੂ ਦਾ ਇੰਨਾ ਸ਼ੁਕਰਾਨਾ ਕੀਤਾ ਹੱਥ ਜੋੜ ਕੇ ਕਿ ਤੁਸੀਂ ਮੇਰੇ ਤੇ ਮਿਹਰ ਕੀਤੀ ਆ। ਤਾਂ ਜਿਹੜੇ ਲੋਕ ਵਿਸ਼ਵਾਸ ਰੱਖਦੇ ਨੇ ਜਾਂ ਸੱਚੇ ਹੁੰਦੇ ਨੇ, ਹਮੇਸ਼ਾ ਉਹਨਾਂ ਦੀ ਮਦਦ ਕਰਨ ਲਈ ਵਾਹਿਗੁਰੂ ਜ਼ਰੂਰ ਆਉਂਦੇ ਨੇ।